ਦੋਸਤੋ ਅੱਜ ਇੱਕ ਵਾਰ ਫਿਰ ਆਪਾਂ ਕੋਟਕਪੂਰਾ ਦਾ ਜਿਹੜਾ SIT ਕੁਆਸ਼ ਕੀਤੀ ਹਾਈ ਕੋਰਟ ਨੇ ਔਰ ਜੋ ਉਹਦੇ ਆਫਟਰ ਇਫੈਕਟਸ ਹੋਏ ਨੇ ਉਹਦੇ ਤੇ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੁੰਦਾ। ਆ ਹਾਈ ਕੋਰਟ ਦੀ ਇੱਕ ਬਹੁਤ ਵੱਡੀ ਜੱਜਮੈਂਟ ਮੇਰੇ ਹੱਥ ਵਿੱਚ ਆ ਔਰ ਦੁੱਖ ਸਿਰਫ ਇਸ ਗੱਲ ਦਾ ਵਾ ਕਿ ਹਾਈ ਕੋਰਟ ਨੇ ਪਿਛਲੇ ਪੌਣੇ 3 ਸਾਲ ਦੀ ਇਨਵੈਸਟੀਗੇਸ਼ਨ ਨੂੰ ਇੱਕ ਝਟਕੇ ਵਿੱਚ ਰੱਦ ਤਾਂ ਕਰ ਦਿੱਤਾ, ਕੁਆਸ਼ ਕਰ ਦਿੱਤਾ, ਲੇਕਿਨ ਸਾਨੂੰ ਅਲਟਰਨੇਟਿਵ ਨਹੀਂ ਦਿੱਤਾ ਉਹਨਾਂ ਨੇ ਕਿ ਅਗਰ ਫਰਜ਼ ਕਰੋ ਫਲਾਹ ਪੁਲਿਸ ਆਫਸਰ ਜਿਹੜੇ ਦੋਸ਼ੀ ਕਰਾਰ ਦਿੱਤੇ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ, ਅਗਰ ਉਹ ਦੋਸ਼ੀ ਨਹੀਂ ਗੇ, ਅਗਰ ਬਾਦਲ ਦਾ ਪਰਿਵਾਰ ਤੁਸੀਂ ਕਹਿੰਦੇ ਕਿ ਅਸੀਂ ਕਲੀਨ ਚਿੱਟ ਦਿੱਤਾ, ਹਾਲਾਂਕਿ ਉਹਨਾਂ ਨੇ ਕੋਈ ਅਰਜ਼ੀ ਨਹੀਂ ਸੀ ਦਿੱਤੀ, ਪਰ ਤੁਸੀਂ ਕਹਿੰਦੇ ਹੋ ਕਿ ਬਾਦਲ ਪਰਿਵਾਰ ਦੋਸ਼ੀ ਨਹੀਂਗਾ, ਤੇ ਫਿਰ ਦੋਸ਼ੀ ਕੌਣ ਆ? ਅਕਸਰ 6 ਸਾਲ ਪਹਿਲਾਂ 2015 ਦੇ ਵਿੱਚ ਅਨੇਕਾਂ ਕਿੱਸੇ ਜਿਹੜੇ ਸੀਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਹੋਏ, ਲੋਕਾਂ ਨੇ ਬੁਰਜ ਜਵਾਹਰ ਸਿੰਘ ਵਾਲੇ ਤੋਂ ਲੈ ਕੇ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਇਸ ਤਰ੍ਹਾਂ ਰੋਲੇ ਕਿ ਨਫ਼ਰਤ ਦੀ ਭਾਵਨਾ ਪੰਜਾਬ ਦੇ ਵਿੱਚ ਫੈਲੇ ਤੇ ਇੱਥੇ ਦੰਗੇ ਹੋਣ। ਕਿਸੇ ਨੇ ਤਾਂ ਬੇਅਦਬੀਆਂ ਕੀਤੀਆਂ ਸੀ ਨਾ, ਔਰ ਜਦੋਂ ਇਹ ਬੇਅਦਬੀਆਂ ਤੋਂ ਬਾਅਦ ਲੋਕਾਂ ਨੇ ਇਨਸਾਫ ਦੀ ਪੁਕਾਰ ਲਾਈ ਔਰ ਰੋਜ਼ ਮੁਜ਼ਾਹਰੇ ਕੀਤੇ ਪੀਸਫੁਲ ਸ਼ਾਂਤਮਈ ਢੰਗ ਦੇ ਨਾਲ, ਚਾਹੇ ਉਹ ਕੋਟਕਪੂਰੇ ਦਾ ਸੀ ਚਾਹੇ ਬਾਈਬਲ ਕਲਾਸ ਸੀ, ਉੱਥੇ ਫਿਰ ਗੋਲੀਆਂ ਚੱਲੀਆਂ ਨੇ। 14 ਅਕਤੂਬਰ ਦੀ ਤੜਕੇ ਪਹਿਲਾਂ ਗੋਲੀ ਚੱਲਦੀ ਹੈ ਕੋਟਕਪੂਰੇ, ਉੱਥੇ ਹਫੜਾ ਦਫੜੀ ਮੱਚਦੀ ਆ, ਲਾਠੀ ਚਾਰਜ ਹੁੰਦਾ, ਚੰਗੇ ਚੰਗੇ ਸਾਧੂ ਸੰਤ ਸੰਪਰਦਾਵਾਂ ਦੇ ਲੋਕ ਜਿਹੜੇ ਪਾਠ ਕਰ ਰਹੇ ਸੀ ਭੁੰਜੇ ਬੈਠੇ, ਉਹਨਾਂ ਦੇ ਉੱਤੇ ਬਹੁਤ ਬੇਰਹਿਮੀ ਦੇ ਨਾਲ ਲਾਠੀ ਚਾਰਜ ਹੋਇਆ, ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਔਰ ਇੱਕ ਅਜੀਤ ਸਿੰਘ ਨਾਮੀ ਵਿਅਕਤੀ ਦੇ ਚੂਲੇ ਵਿੱਚ ਗੋਲੀ ਲੱਗੀ, ਜਿਹੜੀ ਕਿ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਖੁਲਾਸਾ ਕੀਤਾ 2017-18 ਦੇ ਵਿੱਚ। ਔਰ ਉਸ ਤੋਂ ਬਾਅਦ ਪੁਲਿਸ ਨੇ ਜਾ ਕੇ ਬਾਈਬਲ ਕਲਾਂ, ਜਿਹੜਾ ਕਿ ਇੱਕ ਲਿੰਕ ਰੋਡ ਦੇ ਉੱਤੇ ਲੋਕ ਬੈਠੇ ਸੀਗੇ, ਉੱਥੇ ਜਿਹੜੇ ਲੋਕ ਪਾਠ ਕਰ ਰਹੇ ਸੀਗੇ, ਉੱਥੇ ਸ਼ਾਂਤਮਈ ਪ੍ਰੋਟੈਸਟਰਸ ਦੇ ਉੱਤੇ ਗੋਲੀ ਚਲਾ ਕੇ 2 ਜਿਹੜੇ ਸੀਗੇ ਸਿੱਖ ਨੌਜਵਾਨ ਮਾਰ ਦਿੱਤੇ, ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ। ਅਕਸਰ ਉੱਥੇ ਗੋਲੀ ਚੱਲੀ ਆ ਔਰ ਉਸ ਵਕਤ ਦੀ ਸਰਕਾਰ ਜਿਹੜੀ ਸੁਖਬੀਰ ਬਾਦਲ ਹੋਣੀ ਕਹਿੰਦੇ ਨੇ ਹੁਣ ਬੜੇ ਛਾਤੀਆਂ ਚੌੜੀਆਂ ਕਰਕੇ ਇਸ ਹਾਈ ਕੋਰਟ ਦੇ ਫੈਸਲੇ ਦਾ ਸਹਾਰਾ ਲੈ ਰਹੇ ਨੇ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਤੁਹਾਡੀ ਪੌਣੇ 2 ਸਾਲ ਸਰਕਾਰ ਰਹੀ, 1.5 ਸਾਲ 2015 ਦੀਆਂ ਬੇਅਦਬੀਆਂ ਤੇ ਬਾਈਬਲ ਕਲਾਂ ਦੀ ਗੋਲੀ ਤੋਂ ਬਾਅਦ। ਅਗਰ ਤੁਸੀਂ ਕਹਿੰਦੇ ਆ ਕਿ ਅਸੀਂ ਵਾਕਈ ਪੰਥਕ ਸੀਗੇ, ਅਕਾਲੀ ਸੀ ਔਰ ਅਸੀਂ ਇਨਸਾਫ ਪਸੰਦ ਸੀ, ਅਸੀਂ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਹਾਂ, ਤੇ ਫਿਰ ਤੁਸੀਂ ਦੋਸ਼ੀਆਂ ਨੂੰ ਫੜਿਆ ਕਿਉਂ ਨਹੀਂ ਉਸ ਟਾਈਮ ਦੇ ਵਿੱਚ? ਔਰ ਤੁਸੀਂ ਆਪਣੀ FIR ਤੇ ਝਾਤ ਮਾਰੋ, ਤੁਸੀਂ ਜਿਹੜੀ ਬਾਈਬਲ ਕਲਾਂ ਦੇ ਵਿੱਚ ਦਰਜ ਕੀਤੀ ਤੇ ਕੋਟਕਪੂਰੇ ਅਣਪਛਾਤੇ ਬੰਦਿਆਂ ਦੇ ਖਿਲਾਫ ਤੁਸੀਂ FIR ਦਰਜ ਕੀਤੀ ਆ, ਜਦ ਕਿ ਸਭ ਨੂੰ ਪਤਾ ਵਾ ਕਿ ਕਿਸ ਨੇ ਕਤਲ ਕੀਤਾ। ਸਾਰੀ ਪੁਲਿਸ ਦੀ ਇੱਕ ਗੋਲੀ ਅਕਾਊਂਟ ਫੋਰ ਹੁੰਦੀ ਹੈ, ਹਥਿਆਰ ਜਿਹੜੇ ਨੇ ਔਨ ਰਿਕਾਰਡ ਨੇ, ਪਰ ਤੁਸੀਂ ਉਹਨਾਂ ਨੂੰ ਦੋਸ਼ੀਆਂ ਨੂੰ ਜਾਣ ਬੁੱਝ ਕੇ ਹਿਫਾਜ਼ਤ ਕੀਤੀ। ਇੱਥੋਂ ਤੱਕ ਕਿ ਤੁਸੀਂ ਸੁਮੇਧ ਸਿੰਘ ਸੈਣੀ ਦੇ ਅੱਗੇ ਗੋਡੇ ਟੇਕ ਕੇ, ਉਸ ਜਿਹੜਾ ਆਦਮੀ ਸਿੱਖ ਨੌਜਵਾਨਾਂ ਦੇ ਐਨਕਾਊਂਟਰਾਂ ਦਾ ਸਪੈਸ਼ਲਿਸਟ ਸੀ, ਉਹਨੂੰ ਤੁਸੀਂ DGP ਲਾਇਆ, ਫਿਰ ਉਹਦੇ ਆਖੇ ਤੁਸੀਂ ਗੋਲੀ ਚਲਾਈ ਕੋਟਕਪੂਰੇ ਤੇ। ਉਸ ਤੋਂ ਬਾਅਦ ਬਾਈਬਲ ਕਲਾਂ ਦੇ ਵਿੱਚ ਚੱਲੀ ਆ। ਇਹ ਗੱਲ ਦਾ ਖੁਲਾਸਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਤੜਕੇ 2 ਵਜੇ ਫੋਨ ਕੀਤਾ DGP ਨੂੰ, ਉਸ ਤੋਂ ਬਾਅਦ ਹੁੰਦਾ ਵਾ। ਇਸ ਲਈ ਸਾਨੂੰ ਦੁੱਖ ਹੋਇਆ ਇਸ ਫੈਸਲੇ ਨੂੰ ਪੜ੍ਹ ਕੇ, ਸੁਣ ਕੇ, ਕਿਉਂਕਿ ਹਾਈ ਕੋਰਟ ਅਮੂਮਨ ਮੇਰੇ ਦੇ ਉੱਤੇ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਨੇ, ED ਨੇ ਰੇਡ ਕੀਤੇ ਹੋਏ ਆ, ਅਸੀਂ ਹਾਈ ਕੋਰਟ ਗਏ ਆ, ਲੇਕਿਨ ਹਾਈ ਕੋਰਟ ਜਾਂ ਕੋਈ ਵੀ ਸੁਪਰੀਮ ਕੋਰਟ ਕਿਸੇ ਪੁਲਿਸ ਇਨਵੈਸਟੀਗੇਸ਼ਨ ਨੂੰ, ਜਾਂਚ ਨੂੰ ਨਹੀਂ ਰੋਕ ਸਕਦੇ, ਰੋਕਦੇ ਹੀ ਨਹੀਂਗੇ। ਅਸੀਂ ਵੀ ਤਾਂ ਕਹਿ ਰਹੇ ਹਾਂ, ਮੈਂ ਤਾਂ ਕਹਿੰਦਾ ਕਿ ਮੇਰੇ ਖਿਲਾਫ ਸੁਪਰੀਮ ਕੋਰਟ ਦਾ ਸਟੇ ਹੈ ਮੇਰੇ ਕੋਲ, ਜਿਹੜਾ ਫਾਜ਼ਿਲਕਾ ਦਾ ਕੇਸ ਚੱਕਿਆ ਉਹਦੇ ਚ ਮੈਂ ਸੁਪਰੀਮ ਕੋਰਟ ਆਫ ਇੰਡੀਆ ਨੇ ਪ੍ਰੋਸੀਡਿੰਗ ਸਟੇ ਕੀਤੀਆਂ, ਪਰ ED ਨੇ ਉਹੀ FIR ਚੱਕ ਕੇ ਮੇਰੇ ਖਿਲਾਫ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ। ਪਰ ਹਾਈ ਕੋਰਟ ਇਨਵੈਸਟੀਗੇਸ਼ਨ ਨਹੀਂ ਰੋਕ ਰਿਹਾ, ਕਿਉਂਕਿ ਅਸੀਂ ਇਨਵੈਸਟੀਗੇਸ਼ਨ ਨਹੀਂ ਰੋਕ ਸਕਦੇ। ਤੇ ਇਸ ਕੇਸ ਵਿੱਚ ਤਾਂ ਮੇਰੇ ਵੀਰੋ ਤੇ ਭੈਣੋ 9 ਚਲਾਨ ਪੇਸ਼ ਹੋ ਚੁੱਕੇ ਸੀਗੇ ਫਰੀਦਕੋਟ ਦੀ ਅਦਾਲਤ ਵਿੱਚ। ਪੌਣੇ 3 ਸਾਲ ਦੀ ਤਹਿਕੀਕਾਤ ਸੀਗੀ, ਹਜ਼ਾਰਾਂ ਸਫ਼ਿਆਂ ਦੀ ਚਾਰਜਸ਼ੀਟ ਚਲਾਨ ਪੇਸ਼ ਹੋਏ ਨੇ, ਸਾਰਾ ਕੁਝ ਹੀ ਰੱਦ ਕਰ ਦਿੱਤਾ। ਜੇ ਤੁਹਾਨੂੰ ਲੱਗਦਾ ਸੀਗਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਪਾਰਟੀਜ਼ਨ ਆਫਸਰ ਆ, ਕਿਸੇ ਨੂੰ ਫਾਇਦਾ ਦੇ ਰਿਹਾ, ਕਿਸੇ ਦਾ ਨੁਕਸਾਨ ਕਰ ਰਿਹਾ, ਤੇ ਤੁਸੀਂ ਪੰਜਾਬ ਸਰਕਾਰ ਨੂੰ ਇਹ ਹਦਾਇਤ ਦੇ ਦਿੰਦੇ ਕਿ ਤੁਸੀਂ ਜਿਹੜਾ SIT ਦਾ ਮੁਖੀ ਹੈ ਇਸ ਨੂੰ ਤਬਦੀਲ ਕਰਕੇ ਕਿਸੇ ਹੋਰ ਅਫਸਰ ਨੂੰ ਤੁਸੀਂ ਲਾ ਦਿਓ, ਪਰ ਤੁਸੀਂ ਸਾਰਾ ਕੁਝ ਛਿੱਕੇ ਦੇ ਉੱਤੇ ਟੰਗ ਦਿੱਤਾ। ਕਦੀ ਇਹ ਸੋਚਿਆ ਫੈਸਲਾ ਕਰਨ ਵਾਲਿਆਂ ਨੇ ਕਿ ਇਹਦੇ ਨਾਲ ਕਿੰਨੇ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਨੇ? ਗੁਰੂ ਗ੍ਰੰਥ ਸਾਹਿਬ ਕੌਣ ਆ? ਗੁਰੂ ਗ੍ਰੰਥ ਸਾਹਿਬ ਇੱਕ ਸਾਡਾ ਸ਼ਬਦ ਗੁਰੂ ਆ, ਜਿੱਦਾਂ ਆਪਾਂ ਸਾਦੀ ਜ਼ੁਬਾਨ 'ਚ ਕਰੀਏ ਸਾਡਾ ਪਿਓ ਆ, ਤੇ ਜੇ ਸਾਡੇ ਪਿਓ ਨੂੰ ਸਾਡੇ ਪੰਜਾਬ ਦੇ ਵਿੱਚ 6 ਸਾਲ ਇਨਸਾਫ ਨਹੀਂ ਮਿਲਣਾ, ਤੇ ਫਿਰ ਅੰਦਾਜ਼ਾ ਲਾ ਲਓ ਕਿ ਆ ਜਿਹੜੇ ਆਪਾਂ ਨਿੱਕੇ ਮੋਟੇ ਇਨਸਾਫ ਭਾਲਦੇ ਫਿਰਦੇ ਆ, ਤੁਹਾਨੂੰ ਕਦੀ ਨਹੀਂ ਮਿਲਣਗੇ। ਔਰ ਦੂਜੀ ਦੁੱਖ ਦੀ ਗੱਲ ਹੈ ਕਿ ਬਾਦਲ ਪਰਿਵਾਰ ਨੇ ਤਾਂ ਉੱਥੇ ਕੋਈ ਅਰਜ਼ੀ ਦਿੱਤੀ ਨਹੀਂ ਸੀਗੀ, ਉਹਦੇ ਇਸ ਸਾਰੀ ਇਨਵੈਸਟੀਗੇਸ਼ਨ ਵਿੱਚ ਪਾਰਟੀ ਨਹੀਂ ਸੀਗੇ। ਉਹਨਾਂ ਨੂੰ ਕਲੀਨ ਚਿੱਟ ਬਿਨਾਂ ਕਿਸੇ ਮੰਗੇ ਉਹਨਾਂ ਨੂੰ ਕਹਿਤਾ ਕਿ ਜੀ ਇਹ ਕਲੀਨ ਚਿੱਟ ਦਿੱਤੀ ਜਾਂਦੀ ਬਾਦਲਾਂ ਦਾ, ਇਹਦੇ ਵਿੱਚ ਕੋਈ ਦੋਸ਼ ਹੀ ਨਹੀਂਗਾ। ਫਿਰ ਦੋਸ਼ ਕਿਸ ਦਾ ਵਾ?
ਘੱਟੋ ਘੱਟ ਗੁਰੂ ਨਾਨਕ ਨਾਮ ਲੇਵਾ ਜਿਹੜਾ ਕਰੋੜਾਂ ਦੀ ਤਾਦਾਦ ਵਿੱਚ ਦੁਨੀਆ ਭਰ 'ਚ ਇਸ ਤੇ ਨਿਗਾਹ ਟਿਕਾਈ ਬੈਠੇ ਸੀਗੇ ਕਿ ਸਾਨੂੰ ਇਨਸਾਫ ਮਿਲੇਗਾ, ਉਹਨਾਂ ਦਾ ਕੀ ਬਣੂਗਾ, ਕੌਣ ਦੇਵੇਗਾ ਉਹਨਾਂ ਨੂੰ ਇਨਸਾਫ। ਮੈਂ ਆਪਣੇ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦਾ, ਦੇਖੋ ਗੱਲ ਇਹ ਆ ਕਿ ਅੱਜ ਆਪਾਂ ਤਿੰਨ ਪੱਖ ਦੇਖ ਕੇ ਚੱਲ ਲਈਏ। ਤੁਹਾਡਾ ਪਹਿਲਾ ਪੱਖ ਲੈਣੇ ਕਿਸਾਨਾਂ ਦਾ ਕਿ ਤੁਸੀਂ ਕਹਿੰਦੇ ਸਾਡੀ ਆਰਥਿਕ ਲੜਾਈ ਆ, ਸਾਨੂੰ ਸਾਡੀਆਂ ਫਸਲਾਂ ਦੇ ਭਾਅ ਠੀਕ ਨਹੀਂ ਮਿਲ ਰਹੇ, ਸਾਡਾ ਮੰਡੀਕਰਨ ਉਡਾਤਾ, ਅਸੀਂ ਗੁਲਾਮ ਹੋ ਜਾਾਂਗੇ। ਪਰ ਯਾਦ ਰਹੇ ਕਿ ਜਿਹੜੀ ਸਰਕਾਰ ਤੁਹਾਨੂੰ ਧਾਰਮਿਕ ਨਿਆਂ ਵੀ ਨਹੀਂ ਦੇਣ ਨੂੰ ਤਿਆਰ, ਤੁਹਾਡਾ ਧਰਮ, ਤੁਹਾਡਾ ਇਸ਼ਟ, ਤੁਹਾਡਾ ਪਿਓ ਗੁਰੂ ਗ੍ਰੰਥ ਸਾਹਿਬ, ਜੇ ਇਸ ਨੂੰ ਇਨਸਾਫ ਨਹੀਂ ਮਿਲੇਗਾ ਤੇ ਇਹ ਜਿਹੜਾ ਦਿੱਲੀ ਵਿੱਚ ਆਪਾਂ ਬੈਠੇ ਆ ਨਾ, ਮਤ ਉਮੀਦ ਕਰੋ ਦਿੱਲੀ ਦੀ ਸਰਕਾਰ ਤੋਂ ਕਿ ਤੁਹਾਨੂੰ ਕਦੀ ਇਨਸਾਫ ਦੇਣਗੇ। ਇੱਥੇ ਤਾਂ ਪੰਜਾਬ ਵਿੱਚ ਸਾਡੀ ਭੂਮੀ ਵੀ ਸਾਡੀ ਆ, ਸਰਕਾਰਾਂ ਵੀ ਸਾਡੀਆਂ ਨੇ, ਇੱਥੇ ਇਨਸਾਫ ਨਹੀਂ ਮਿਲ ਰਿਹਾ ਤੇ ਉੱਥੇ ਦਿੱਲੀ ਆਪਾਂ ਭਾਲਦੇ ਉਹਨਾਂ ਦੇ ਕੋਲੋਂ। ਦੂਸਰਾ ਪੱਖ ਸਿਆਸੀ ਜਿਹੜਾ ਇਸ ਵਕਤ ਪੰਜਾਬ ਦੇਸ਼ ਦਾ, ਇੱਕ ਗੱਲ ਅੱਛੀ ਤਰ੍ਹਾਂ ਸਮਝ ਲਓ ਕਿ ਜਦੋਂ ਦੀ ਇਹ ਸਰਕਾਰਾਂ ਬਣੀਆਂ, ਖਾਸ ਤੌਰ ਤੇ ਬੀਜੇਪੀ ਦੀਆਂ, ਇਹਨਾਂ ਨੇ ਤੁਹਾਡੇ ਸਾਰੇ ਅਧਿਕਾਰ ਖੋਲੇ ਨੇ ਸਟੇਟਸ ਤੋਂ, ਤੁਹਾਡੇ ਪੱਲੇ ਕੁਝ ਨਹੀਂ ਛੱਡਿਆ। ਤੁਹਾਡਾ ਮੰਡੀਕਰਨ ਖੋਲਿਆ ਵਾ, ਤੁਹਾਡੇ ਕੋਲ ਟੈਕਸ ਦੀ ਪ੍ਰਣਾਲੀ GST, ਵਨ ਨੇਸ਼ਨ ਵਨ ਟੈਕਸ ਕਰਕੇ ਤੁਹਾਡੇ ਕੋਲ ਸਾਰਾ GST ਦੇ ਟੈਕਸੇਸ਼ਨ ਦੇ ਅਧਿਕਾਰ ਖੋਲੇ ਨੇ। ਤੁਹਾਡੇ ਕੋਲ ਜਿਹੜਾ ਤੁਹਾਡੀ ਰੈਵਨਿਊ ਆਉਂਦੀ ਸੀ ਫਸਲਾਂ ਦੀ ਖਰੀਦੋ ਫਰੋਖਤ ਤੋਂ, ਕਣਕ ਝੋਨੇ ਦੀ ਮੰਡੀਕਰਨ ਤੋਂ, ਉਹ ਤੁਹਾਡਾ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਉਹਨਾਂ ਨੇ ਤੁਹਾਡੇ ਕੋਲ ਖੋਲਿਆ। ਸਾਡੇ ਕੋਲ ਸਾਡੀ ਵਿੱਦਿਆ ਖੋਲੀ ਹੋਈ ਆ, ਅਸੀਂ ਪੜ੍ਹਾ ਨਹੀਂ ਸਕਦੇ ਆਪਣੀ ਮਰਜ਼ੀ ਨਾਲ ਕੌਣ ਸਾਡੇ ਗੁਰੂ ਸੀਗੇ, ਸਾਡਾ ਕੀ ਇਤਿਹਾਸ ਸੀਗਾ, ਕਿਹਨਾਂ ਲੋਕਾਂ ਨੇ ਇੱਥੇ ਕੁਰਬਾਨੀਆਂ ਦਿੱਤੀਆਂ, ਕਿੱਥੇ ਕਿੱਥੇ ਖੂਨ ਡੁੱਲਿਆ, ਕਿਹੜੇ ਘੱਲੂਘਾਰੇ ਹੋਏ, ਅਸੀਂ ਕੁਝ ਪੜ੍ਹਾ ਨਹੀਂ ਸਕਦੇ ਮਰਜ਼ੀ ਦੇ ਨਾਲ। ਸਾਡੀ ਐਜੂਕੇਸ਼ਨ ਦਾ ਜਿਹੜਾ ਸਾਰਾ ਸਿਲੇਬਸ ਹੈਗਾ ਉਹ ਦਿੱਲੀੋਂ ਬਣਿਆ ਬਣਾਇਆ ਆਉਂਦਾ ਵਾ। ਸਾਡੇ ਲੇਬਰ ਲਾਜ਼ ਦਿੱਲੀੋਂ ਆਉਂਦੇ ਨੇ, ਮਨਰੇਗਾ ਵਗੈਰਾ। ਸਾਡੇ ਜਿਹੜੀਆਂ ਮਿਊਨਿਸਪਲ ਲਾਜ਼ ਨੇ, ਸਾਡਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਆ, ਸਾਡੀਆਂ ਜਿਹੜੀਆਂ ਸੜਕਾਂ ਕਿੱਥੇ ਬਣਨੀਆਂ ਨੇ, ਸਾਰਾ ਕੁਝ ਉਹਨਾਂ ਨੇ ਆਪਣੇ ਕੋਲ ਜਕੜ ਲਿਆ ਵਾ। ਔਰ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਬਹੁਤ ਵੱਡੇ ਡਾਕੇ ਪਏ ਨੇ। ਜੰਮੂ ਕਸ਼ਮੀਰ ਦੇ 2 ਟੋਟੇ ਕਰ ਦਿੱਤੇ, ਬਹੁਤ ਮਾੜੀ ਗੱਲ ਕੀਤੀ। ਸਾਰੇ ਦੇਸ਼ ਦੀ ਉਸ ਵੇਲੇ ਪੋਲੀਟੀਕਲ ਜਮਾਤ ਨੇ ਉਹਨਾਂ ਦੀ ਸਪੋਰਟ ਕੀਤੀ, ਐਵੇਂ ਡਰਦਿਆਂ ਨੇ। ਹੁਣ ਦਿੱਲੀ ਦੇ ਸਾਰੇ ਸਰਕਾਰ ਦੇ ਅਧਿਕਾਰ ਖੋਲੇ ਨੇ। ਜੇ ਫਿਰ ਵੋਟਾਂ ਕਾਹਦੇ ਲਈ ਪਵਾਉਣੇ, ਜੇ ਸਾਰੀਆਂ ਚੁਣੀਆਂ ਹੋਈਆਂ ਸਰਕਾਰਾਂ ਦੇ ਅਧਿਕਾਰ ਹੀ ਖੋ ਕੇ ਆਪਣੇ ਕੋਲ ਲੈ ਜਾਂਦੇ ਆ, ਫਿਰ ਵੋਟ ਨਾ ਪਵਾਓ, ਫਿਰ ਡਾਇਰੈਕਟਲੀ LG ਤੇ ਗਵਰਨਰਸ ਨੂੰ ਕਹਿ ਦਿਓ ਕਿ ਤੁਸੀਂ ਸਾਡੇ ਸਟੇਟਾਂ ਚਲਾਓਗੇ, ਤੁਸੀਂ ਸਾਡੇ ਏਜੰਟ ਹੋ, ਚੁਣੀ ਹੋਈ ਸਰਕਾਰ ਦੀ ਸਾਨੂੰ ਕੋਈ ਲੋੜ ਨਹੀਂ ਗੀ। ਸੋ ਮੈਂ ਇਹ 3 ਉਦਾਹਰਨ ਤਾਂ ਦਿੱਤੇ ਨੇ, ਧਾਰਮਿਕ ਨਿਆਂ ਤੇ ਸਿਆਸੀ ਨਿਆਂ ਤੇ ਆਰਥਿਕ ਨਿਆਂ, ਤਿੰਨੋਂ ਆਪਾਂ ਮੰਗ ਰਹੇ ਪੰਜਾਬ ਦੇ ਵਿੱਚ, ਲੇਕਿਨ ਤਿੰਨਾਂ ਨੂੰ ਸਾਨੂੰ ਦੇਣ ਨੂੰ ਕੋਈ ਤਿਆਰ ਨਹੀਂਗਾ। ਇਸ ਲਈ ਮੈਨੂੰ ਤਾਂ ਬਹੁਤ ਦੁੱਖ ਹੋਇਆ। ਔਰ ਪਿਛਲੇ 48 ਘੰਟੇ ਜਦੋਂ ਦਾ ਫੈਸਲਾ ਡਿਟੇਲਡ ਵਿੱਚ ਆਇਆ, ਜਿਹਦੇ 'ਚ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਬਾਦਲ ਬੇਗੁਨਾਹ ਨੇ, ਪੁਲਿਸ ਵਾਲੇ ਬੇਗੁਨਾਹ ਨੇ, ਅਸੀਂ ਸਾਰੀ ਜਿਹੜੀ SIT ਭੰਗ ਕਰਦੇ ਆ, ਨਵੇਂ ਸਿਰੇ ਤੋਂ ਜਾਂਚ ਹੋਵੇਗੀ। ਮੈਨੂੰ ਨਹੀਂ ਪਤਾ ਪੰਜਾਬ ਸਰਕਾਰ ਕੀ ਕਰੇਗੀ। ਸੁਪਰੀਮ ਕੋਰਟ ਜਾਂਦੀ ਆ ਕਿ ਨਵੀਂ SIT ਬਣਾ ਕੇ 1 ਮਹੀਨੇ ਦੇ ਵਿੱਚ ਅਗਰ ਚਾਹਣ ਤੇ ਇਹਦੀ ਦੁਬਾਰਾ ਤਹਿਕੀਕਾਤ ਕਰਕੇ ਸਾਰਾ ਚਲਾਨ, ਸਾਰੇ ਤੱਥ ਸਾਹਮਣੇ ਆਏ ਹੋਏ ਨੇ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੁਹਾਡੇ ਕੋਲ ਪਈ ਆ, ਤੇ ਤੁਸੀਂ ਉਹਦੇ 'ਚ ਫਰੀਦਕੋਟ ਵਿੱਚ ਇਹਨਾਂ ਗੁਨਾਹਗਾਰਾਂ ਨੂੰ ਦੁਬਾਰਾ ਇਹਨਾਂ ਦੇ ਚਲਾਨ ਪੇਸ਼ ਕਰੋ। ਕਰਦੇ ਨਹੀਂ ਕਰਦੇ ਮੈਨੂੰ ਨਹੀਂ ਪਤਾ, ਲੇਕਿਨ ਮੂਕ ਦਰਸ਼ਕ ਬਣ ਕੇ ਬੈਠੇ ਰਹਿਣਾ ਤੁਸੀਂ ਜਾਂ ਮੈਂ, ਆਪਾਂ ਸਾਰੇ, ਤਾਂ ਫਿਰ ਆਪਣੀ ਕੋਈ ਕਹਿੰਦੇ ਹੁੰਦੇ ਕਿ ਆਪਣਾ ਕੋਈ ਵਕਾਰ ਨਹੀਂਗਾ। ਫਿਰ ਉਹ ਤਾਂ ਬੈਠੇ ਆ, ਆਪਾਂ ਰੋਟੀ ਪਾਣੀ ਖਾਂਦੇ ਆ, ਗੱਡੀਆਂ ਮੋਟਰਾਂ 'ਚ ਘੁੰਮਦੇ ਆ, ਸੌਂਦੇ ਆ, ਉੱਠਦੇ ਆ, ਜਾਗਦੇ ਆ। ਇਸ ਲਈ ਮੈਂ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੁਝ ਚੰਗੇ ਸੱਜਣਾਂ ਦੇ ਨਾਲ ਅਸੀਂ ਗੱਲ ਕੀਤੀ ਆ। ਅੱਜ ਚੰਡੀਗੜ੍ਹ ਵਿਖੇ ਅਸੀਂ ਇੱਕ ਮੀਟਿੰਗ ਰੱਖੀ ਆ, ਜਿਹਦੇ ਵਿੱਚ ਅਸੀਂ 12-13 ਕੁਝ ਜਥੇਬੰਦੀਆਂ, ਕੁਝ ਇਸ ਤਰ੍ਹਾਂ ਦੇ ਸਤਿਕਾਰਯੋਗ ਲੋਕ ਜਿਨ੍ਹਾਂ ਨੇ ਇਸ ਆਪਣੇ ਸੂਬੇ ਤੇ ਆਪਣੀ ਕੌਮ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ, ਮੈਨੇ ਖੇਸ ਲੋਕ ਜਿਹੜੇ ਇਨਸਾਫ ਪਸੰਦ ਲੋਕ ਨੇ, ਉਹਨਾਂ ਦਾ ਇੱਕ 12-13 ਆਦਮੀਆਂ ਦਾ ਇੱਕ ਇਕੱਠ ਰੱਖਿਆ ਅੱਜ। ਉਹਦੇ ਤੇ ਅਸੀਂ ਚਰਚਾ ਕਰਾਂਗੇ ਸਾਰਿਆਂ ਨਾਲ ਸਹਿਮਤੀ ਨਾਲ। ਜੋ ਅਗਲਾ ਪ੍ਰੋਗਰਾਮ ਹੋਵੇਗਾ ਉਹ ਉਲੀਕ ਕੇ ਤੁਹਾਡੇ ਜਿਹੜਾ ਸੰਗਤ ਦੇ ਚਰਨਾਂ ਦੇ ਵਿੱਚ ਜਾਂ ਤੁਹਾਡੇ ਸਨਮੁਖ ਅਸੀਂ ਰੱਖ ਦਿਆਂਗੇ ਕਿ ਆਪਾਂ ਕੀ ਕਰਨਾ ਵਾ। ਠੀਕ ਹੈ, ਕਾਨੂੰਨੀ ਲੜਾਈ ਇੱਕ ਆ, ਪਰ ਯਾਦ ਰਹੇ ਇਹ ਇਕੱਲਾ ਕਾਨੂੰਨ ਦੀ ਟੈਕਨੀਕੈਲਿਟੀਜ਼ ਦਾ ਮਸਲਾ ਨਹੀਂਗਾ। ਇਹਦੇ 'ਚ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀਆਂ ਤੇ ਸਾਡੇ ਨੌਜਵਾਨਾਂ ਦੇ ਕਤਲ ਤੇ ਇਹਦੇ ਨਾਲ ਸਾਡੇ ਜਜ਼ਬਾਤ, ਸਾਡੇ ਨਾਲ ਸਾਡੇ ਸੈਂਟੀਮੈਂਟਸ, ਸਾਡੇ ਜਿਹੜੇ ਸੀਗੇ ਸਾਡੇ ਨਾ ਸਿਰਫ ਧਾਰਮਿਕ ਜਜ਼ਬਾਤ, ਪਰ ਸਾਡੇ ਹਰ ਵਰਗ ਦੇ ਲੋਕਾਂ ਦੇ ਇਹਦੇ ਨਾਲ ਜਜ਼ਬਾਤ ਤੇ ਸੋਚ ਜੁੜੀ ਹੋਈ ਆ। ਤੇ ਇਸ ਲਈ ਅਸੀਂ ਅੱਜ ਮੀਟਿੰਗ ਕਰਾਂਗੇ, ਦੇਖਦੇ ਹਾਂ ਮੀਟਿੰਗ ਵਿੱਚ ਕੀ ਕੰਸੈਂਸਸ ਉੱਪਰ ਕੇ ਆਉਂਦਾ ਵਾ। ਅਸੀਂ ਲੀਗਲ ਟੈਕਨੀਕੈਲਿਟੀਜ਼ ਨਹੀਂ ਜਾਣਾ, ਇਹ ਕੰਮ ਸਰਕਾਰ ਦਾ ਵਾ, ਉਹ ਚੈਲੰਜ ਕਰੇ ਸੁਪਰੀਮ ਕੋਰਟ ਵਿੱਚ, SIT ਦੁਬਾਰਾ ਬਣਾਵੇ, ਪਰ ਅਸੀਂ ਇਹਦੇ ਉੱਤੇ ਕੀ ਕਰ ਸਕਦੇ ਹਾਂ।
ਗਵਰਨਮੈਂਟਾਂ ਨੂੰ ਕਿਸ ਤਰ੍ਹਾਂ ਪ੍ਰੈਸ਼ਰਾਈਜ਼ ਕਰ ਸਕਦੇ, ਉਹਦੇ ਸਾਰੀਆਂ ਗੱਲਾਂ ਤੇ ਅਸੀਂ ਚਰਚਾ ਕਰਨ ਜਾ ਰਹੇ ਹਾਂ। ਤੁਹਾਡਾ ਸਹਿਯੋਗ ਚਾਹੀਦਾ ਵਾ, ਕਿਉਂਕਿ ਤੁਹਾਡੇ ਸਹਿਯੋਗ ਤੋਂ ਬਗੈਰ ਕੁਝ ਨਹੀਂ ਹੋ ਸਕਦਾ। ਔਰ ਜੇ ਅਸੀਂ ਕੋਈ ਪ੍ਰੋਗਰਾਮ ਉਲੀਕੀਏ ਕਰੀਏ, ਤੁਹਾਡੇ ਤੋਂ ਬਗੈਰ ਉਹ ਕਾਮਯਾਬ ਨਹੀਂ ਹੋ ਸਕਦਾ। ਔਰ ਤੁਸੀਂ ਪਹਿਲਾਂ ਕਰਕੇ ਦਿਖਾਇਆ ਹੋਇਆ ਹੈ ਕਿ ਨਹੀਂ ਕਰਕੇ ਦਿਖਾਇਆ। ਦੁੱਖ ਹੈ ਕਿ ਜਿਹਨਾਂ ਨੇ ਲੋਕਾਂ ਨੇ ਉੱਥੇ ਮੋਰਚਾ ਲਾਇਆ ਸੀ, ਬਗੈਰ ਕਿਸੇ ਨਾਲ ਸਲਾਹ ਮਸ਼ਵਰਾ ਕੀਤੇ ਉਹਨਾਂ ਨੇ ਆਪਣਾ ਮੋਰਚਾ ਝਟਪਟ ਚੱਕ ਕੇ, ਜ਼ੁਬਾਨੀ ਕਲਾਮੀ ਐਵੇਂ ਛੋਟੇ ਮੋਟੇ ਵਾਅਦਿਆਂ ਤੇ ਚੱਕ ਕੇ ਲੈ ਗਏ। ਉਹ ਬਹੁਤ ਗਲਤ ਕੀਤਾ ਉਹਨਾਂ ਨੇ। ਅਗਰ ਅੱਜ ਮੋਰਚਾ ਲੱਗਿਆ ਹੁੰਦਾ ਤੇ ਮੈਂ ਸਮਝਦਾ ਕਿ ਅੱਜ ਇਹ ਵੀ ਕੋਰਟ ਦੇ ਵਿੱਚ ਹਿੰਮਤ ਨਹੀਂ ਸੀ ਹੋਣੀ, ਕਿਉਂਕਿ ਆਫਟਰ ਆਲ ਕੋਰਟਸ ਵੀ ਲੋਕਾਂ ਦੇ ਪਬਲਿਕ ਸੈਂਟੀਮੈਂਟਸ ਦਾ ਰਿਸਪੈਕਟ ਕਰਨਾ ਚਾਹੀਦਾ ਉਹਨਾਂ ਨੂੰ। ਇਸ ਲਈ ਮੈਨੂੰ ਤਾਂ ਇਸ ਫੈਸਲੇ ਦੇ ਨਾਲ ਬਹੁਤ ਡੂੰਘੀ ਸੱਟ ਵੀ ਵੱਜੀ ਆ, ਅਫਸੋਸ ਵੀ ਹੋਇਆ। ਔਰ ਮੈਂ ਸਿਰਫ ਇਹ ਸੋਚਦਾ ਕਿ ਜੇ ਗੁਰੂ ਗ੍ਰੰਥ ਸਾਹਿਬ ਤੇ ਐਡੇ ਵੱਡੇ ਪੱਧਰ ਦੇ ਉੱਤੇ ਹੋਈਆਂ ਕਤਲਾਂ ਦਾ ਇਨਸਾਫ ਲੋਕਾਂ ਨੂੰ ਨਹੀਂ ਮਿਲੇਗਾ, ਤਾਂ ਫਿਰ ਮੈਂ ਜਿੱਦਾਂ ਪਹਿਲਾਂ ਕਿਹਾ ਸੀਗਾ ਕਿ ਛੋਟੇ-ਮੋਟੇ ਇਨਸਾਫ ਦੀ ਉਮੀਦ ਮਤ ਕਰੋ। ਫਿਰ ਇਹ ਮਤ ਕੰਪਲੇਂਟ ਕਰੋ ਕਿ DCSSP ਸਾਡੇ ਨਾਲ ਧੱਕਾ ਕਰਦੇ ਨੇ। ਫਿਰ ਮਤ ਕੰਪਲੇਂਟ ਕਰੋ ਕਿ ਸਾਡੇ ਬੱਚਿਆਂ ਦੇ ਨਾਲ ਬਲਾਤਕਾਰ ਹੋ ਰਿਹਾ ਵਾ। ਫਿਰ ਮਤ ਕੰਪਲੇਂਟ ਕਰੋ ਕਿ ਸਾਡੇ ਘਰਾਂ ਦੇ ਵਿੱਚ ਆਤਮ ਹੱਤਿਆ ਹੋ ਰਹੀ ਸੀ। ਮਤ ਕੰਪਲੇਂਟ ਕਰੋ ਕਿ ਸਾਨੂੰ ਦੇਸ਼ ਦੀ ਸਰਕਾਰ ਜਿਹੜਾ ਹੈ ਉਹ ਸਹੀ ਭਾਅ ਨਹੀਂ ਦੇ ਰਹੀ, ਸਾਡੇ ਫਸਲਾਂ ਨੂੰ ਨਹੀਂ ਚੁੱਕ ਰਹੀ। ਕਿਉਂਕਿ ਮੁੱਢ ਜਿਹੜਾ ਹੈ ਉਹ ਸਾਡੇ ਇਸ ਪੰਜਾਬ ਦਾ, ਸਾਡੀ ਕੌਮ ਦਾ, ਸਾਡੇ ਗੁਰੂ ਨਾਨਕ ਨਾਮ ਲੇਵਾ ਦਾ, ਉਹ ਸਾਡਾ ਜਿਹੜਾ ਬੇਸਿਕ ਮੁੱਢ ਹੈ, ਜਿਹੜੀ ਸਾਡੀ ਵਿਚਾਰਧਾਰਾ ਤੇ ਸੋਚ ਆ, ਅਗਰ ਉਹਦੇ ਉੱਤੇ ਉਹ ਆਜ਼ਾਦ ਨਹੀਂ, ਉਹਦੇ ਉੱਤੇ ਹਮਲਾ ਹੋਣਗੇ ਤੇ ਦੈਨ ਆਈ ਡੂ ਨਾਟ ਥਿੰਕ ਦੈਟ ਵੀ ਕੈਨ ਐਵਰ ਐਕਸਪੈਕਟ ਜਸਟਿਸ ਫਰੋਮ ਐਨੀ ਅਥਾਰਟੀ ਆਊਟ ਹੇਅਰ। ਇਸ ਕਰਕੇ ਮੇਰੀ ਪੁਰਜ਼ੋਰ ਅਪੀਲ ਆ ਸਾਰਿਆਂ ਨੂੰ ਕਿ ਅਸੀਂ ਮੀਟਿੰਗ ਕਰਨ ਚੱਲੇ ਆ। ਅਸੀਂ ਅੱਛੇ ਤਰੀਕੇ ਨਾਲ, ਸੁਲਝੇ ਤਰੀਕੇ ਨਾਲ, ਚੰਗੀ ਮਸ਼ਵਰਾ ਕਰਕੇ ਜੋ ਵੀ ਪ੍ਰੋਗਰਾਮ ਉਲੀਕਾਂਗੇ ਤੁਹਾਡੇ ਨਾਲ ਸਾਂਝਾ ਕਰ ਦਾਂਗੇ ਔਰ ਉਸ ਦੇ ਉੱਤੇ ਪਹਿਰਾ ਦੇਣ ਦਾ ਉਪਰਾਲਾ ਕਰਾਂਗੇ। ਫਿਰ ਦੇਖਦੇ ਹਾਂ ਕਿ ਇਹਦੇ ਸਿੱਟੇ ਕੀ ਹੁੰਦੇ ਆ। ਸਾਨੂੰ ਨਾ ਕਿਸੇ ਕੰਟੈਂਪਟ ਤੋਂ ਡਰਿਆ, ਨਾ ਕਿਸੇ ਕੋਰਟ ਤੋਂ ਡਰਿਆ, ਕਿਉਂਕਿ ਇਹ ਮਸਲਾ ਇਸ ਤਰ੍ਹਾਂ ਦਾ ਵਾ ਕਿ ਅਗਰ ਅਸੀਂ ਕੋਰਟਾਂ ਅਦਾਲਤਾਂ ਦੇ ਹੁਕਮਾਂ ਤੇ ਅੱਗੇ ਗੋਡੇ ਟੇਕ ਕੇ